बीए फर्स्ट ਸਮੈਸਟਰ ਅੱਜ ਅਸੀਂ ਜਿਹੜਾ ਕੁਐਸਚਨ ਕਰਨ ਜਾ ਰਹੇ ਹਾਂ ਉਹ ਹੈ ਬਸਤੀਵਾਦੀ ਇਤਿਹਾਸਕਾਰ। ਕਿਹੜਾ ਹੈ? ਬਸਤੀਵਾਦੀ ਇਤਿਹਾਸਕਾਰ। ਇਤਿਹਾਸਕਾਰ। ਪਹਿਲਾਂ ਆਪਾਂ ਥੋੜੀ ਇੰਟਰੋਡਕਸ਼ਨ ਦਵਾਂਗੇ ਬਸਤੀਵਾਦੀ ਇਤਿਹਾਸਕਾਰ ਹੈ ਕੀ ਹੈ। ਬਸਤੀਵਾਦ ਜਾਂ ਉਪਨਿਵੇਸ਼ਵਾਦੀ ਜਾਂ ਕਲੋਨਿਸਟ ਇਤਿਹਾਸਕਾਰ ਉਹ ਸੀਗੇ ਜਿਹੜੇ ਇਹ ਚਾਹੁੰਦੇ ਸੀਗੇ ਕਿ ਭਾਰਤ ਵਿੱਚ ਅੰਗਰੇਜ਼ਾਂ ਦਾ ਸ਼ਾਸਨ ਕਾਇਮ ਰਵੇ। ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਅੰਗਰੇਜ਼ਾਂ ਦਾ ਸ਼ਾਸਨ ਵਧੀਆ ਸੀ। ਕੀ ਲੱਗਦਾ ਸੀ ਉਹਨਾਂ ਨੂੰ? ਅੰਗਰੇਜ਼ਾਂ ਦਾ ਸ਼ਾਸਨ ਵਧੀਆ ਸੀ ਕਿ ਤੇ ਅੰਗਰੇਜ਼ਾਂ ਦਾ ਸ਼ਾਸਨ ਕਾਇਮ ਰਹੇ। ਉਹਨਾਂ ਦੀ ਇਹ ਸੋਚ ਸੀਗੀ ਕਿ ਅੰਗਰੇਜ਼ਾਂ ਨੇ ਭਾਰਤ ਦਾ ਬਹੁਤ ਵਿਕਾਸ ਕੀਤਾ ਹੈ। ਅੰਗਰੇਜ਼ਾਂ ਨੇ ਭਾਰਤ ਵਿੱਚੋਂ ਬੁਰਾਈਆਂ ਖਤਮ ਕੀਤੀਆਂ ਨੇ ਤੇ ਅੰਗਰੇਜ਼ ਭਾਰਤ ਦੀ ਡਿਵੈਲਪਮੈਂਟ ਕਰ ਰਹੇ ਆ। ਭਾਰਤ ਵਿੱਚ ਤਾਂ ਬਿਲਕੁਲ ਡਿਵੈਲਪਮੈਂਟ ਹੀ ਨਹੀਂ ਸੀਗੀ। ਭਾਰਤ ਦਾ ਬਿਲਕੁਲ ਵਿਕਾਸ ਹੀ ਨਹੀਂ ਹੋ ਰਿਹਾ ਸੀ। ਭਾਰਤ ਤਾਂ ਬਹੁਤ ਪਿਛੜਿਆ ਦੇਸ਼ ਸੀਗਾ। ਕਿੱਦਾਂ ਦੇਸ਼ ਸੀਗਾ? ਤੇ ਇਸ ਕਰਕੇ ਉਹ ਸੋਚਦੇ ਸੀਗੇ ਕਿ ਭਾਰਤ ਨੂੰ ਤਾਂ ਸੱਭਿਅ ਬਣਾਇਆ। ਸੱਭਿਅ ਕਿਹਨੇ ਬਣਾਇਆ? ਅੰਗਰੇਜ਼ਾਂ ਨੇ। ਉਹਨਾਂ ਨੇ ਇੱਥੇ ਆ ਕੇ ਪੱਛਮੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਲਾਗੂ ਕੀਤਾ। ਉਹ ਇਹ ਮੰਨਦੇ ਸੀਗੇ ਕਿ ਅੰਗਰੇਜ਼ਾਂ ਦੀ ਸੰਸਕ੍ਰਿਤੀ ਤੇ ਉਹਨਾਂ ਦਾ ਕਲਚਰ, ਉਹਨਾਂ ਦੀ ਸਿੱਖਿਆ ਵਧੀਆ ਤੇ ਭਾਰਤੀਆਂ ਦੀ ਸਿੱਖਿਆ ਕਲਚਰ ਵਧੀਆ ਨਹੀਂ ਸੀਗਾ। ਤੇ ਉਹਨਾਂ ਨੇ ਭਾਰਤੀ ਸਿੱਖਿਆ ਤੇ ਭਾਰਤੀ ਸੰਸਕ੍ਰਿਤੀ ਦੀ ਘੋਰ ਆਲੋਚਨਾ ਕੀਤੀ। ਕੀ ਕੀਤੀ ਹੈ? ਘੋਰ ਆਲੋਚਨਾ ਕੀਤੀ ਹੈ। ਉਹ ਭਾਰਤੀ ਸੱਭਿਅਤਾ ਨੂੰ ਬਹੁਤ ਘਟੀਆ ਸਮਝਦੇ ਸੀ ਅੰਗਰੇਜ਼ਾਂ ਨਾਲੋਂ। ਮਤਲਬ ਇਸ ਇੰਟਰੋਡਕਸ਼ਨ 'ਚ ਆਪਾਂ ਅੰਗਰੇਜ਼ਾਂ ਦੀ ਵਡਿਆਈ ਕਰਨੀ ਹੈ ਤੇ ਆਪਾਂ ਕਿਹਦੀ ਬੁਰਾਈ ਕਰਨੀ ਹੈ? ਭਾਰਤੀ ਸੱਭਿਅਤਾ ਦੀ। ਕਿਉਂਕਿ ਇਹੀ ਮੰਨਦੇ ਸੀਗੇ ਜਿਹੜੇ ਬਸਤੀਵਾਦ ਇਤਿਹਾਸਕਾਰ ਹੈ ਨਾ, ਉਹਨਾਂ ਦਾ ਇਹੀ ਮੰਨਣਾ ਸੀਗਾ ਕਿ ਅੰਗਰੇਜ਼ਾਂ ਦਾ ਕਲਚਰ ਵਧੀਆ, ਅੰਗਰੇਜ਼ਾਂ ਦੀ ਸੰਸਕ੍ਰਿਤੀ ਵਧੀਆ ਹੈ, ਉਹਨਾਂ ਦੀ ਸਿੱਖਿਆ ਪ੍ਰਣਾਲੀ ਵਧੀਆ। ਭਾਰਤ ਦਾ ਕੁਛ ਵੀ ਵਧੀਆ ਨਹੀਂ ਸੀਗਾ, ਨਾ ਕਲਚਰ, ਨਾ ਸੰਸਕ੍ਰਿਤੀ, ਨਾ ਸਿੱਖਿਆ ਪ੍ਰਣਾਲੀ। ਸਗੋਂ ਅੰਗਰੇਜ਼ਾਂ ਨੇ ਆ ਕੇ ਇੱਥੇ ਵਧੀਆ ਤਰੀਕੇ ਨਾਲ ਲਾਗੂ ਕੀਤਾ। ਕੀ ਕੀਤਾ? ਲਾਗੂ। ਇੰਟਰੋਡਕਸ਼ਨ ਬਸ ਆਪਣੇ 5-6 ਪੁਆਇੰਟ, ਸੌਰੀ 5-6 ਲਾਈਨਾਂ ਦੀ। ਕਿੰਨੇ ਲਾਈਨਾਂ ਦੀ? ਮਤਲਬ ਹਾਫ ਕੁ ਪੇਜ ਪੜ੍ਹ ਜਾਓ, ਤੁਹਾਡਾ ਬਹੁਤ ਹੈ। ਉਸ ਤੋਂ ਬਾਅਦ ਤੁਸੀਂ ਪੁਆਇੰਟ ਸਟਾਰਟ ਕਰ ਦੇਣੇ। ਕੀ ਸਟਾਰਟ ਕਰ ਦੇਣੇ? ਤੁਸੀਂ ਲਿਖਣਾ ਕਿ ਜਿਹੜੇ ਇਤਿਹਾਸਕਾਰ ਬਸਤੀਵਾਦੀ ਇਤਿਹਾਸਕਾਰ ਸਨ, ਜਿਹੜੇ ਕਿ ਅੰਗਰੇਜ਼ਾਂ ਦੇ ਪੱਖ ਵਿੱਚ ਲਿਖੇ ਗਏ ਸੀਗੇ, ਉਹਨਾਂ ਦੇ ਵਿਚਾਰ ਹੇਠ ਲਿਖੇ ਅਨੁਸਾਰ ਹੈ। ਫਿਰ ਆਪਾਂ ਵਿਚਾਰ ਦੇਣੇ ਸ਼ੁਰੂ ਕਰ ਦੇਣੇ ਆ। ਜਿਵੇਂ ਪਹਿਲਾ ਹੀ ਪੁਆਇੰਟ ਹੈ ਰਾਜੇ, ਜੇਮਸ ਮਿਲ। ਕੀ ਹੈ? ਜੇਮਸ ਮਿਲ ਨੇ ਬਸਤੀਵਾਦੀ ਇਤਿਹਾਸਕਾਰਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਲੋਚਨਾ ਕੀਤੀ ਹੈ ਭਾਰਤੀ ਸੱਭਿਅਤਾ ਦੀ। ਸਭ ਤੋਂ ਪਹਿਲਾਂ ਕਿਹਨੇ ਕੀਤੀ ਹੈ? ਜੇਮਸ ਮਿਲ ਨੇ। ਕਿਹਨੇ ਕੀਤੀ ਹੈ? ਇਹ ਸਭ ਤੋਂ ਵਧੀਆ ਇਤਿਹਾਸਕਾਰ ਸੀਗਾ ਬਸਤੀਵਾਦੀ ਇਤਿਹਾਸਕਾਰਾਂ ਵਿੱਚੋਂ। ਇਹ ਲੰਡਨ ਵਿੱਚ ਨਾ ਈਸਟ ਇੰਡੀਆ ਕੰਪਨੀ ਦਾ ਇੱਕ ਅਧਿਕਾਰੀ ਸੀਗਾ। ਇਹਨੇ ਇੱਕ ਬੁੱਕ ਲਿਖੀ ਸੀ, ਹਿਸਟਰੀ ਆਫ ਦਾ ਬ੍ਰਿਟਿਸ਼ ਇੰਡੀਆ। ਕਿਹੜੀ ਬੁੱਕ ਲਿਖੀ ਸੀਗੀ? ਇਹ ਬੁੱਕ 1818 ਵਿੱਚ ਛਪੀ ਸੀ, 6 ਭਾਗਾਂ 'ਚ ਛਪੀ ਸੀ। ਇਸ ਪੁਸਤਕ ਵਿੱਚ ਉਹਨੇ ਬਸ ਭਾਰਤੀ ਸੱਭਿਅਤਾ ਨੂੰ, ਭਾਰਤੀ ਸੰਸਕ੍ਰਿਤੀ ਨੂੰ ਰੱਜ ਕੇ ਉਹਨੇ ਨੀਵਾਂ ਦਿਖਾਇਆ। ਕੀ ਦਿਖਾਇਆ? ਉਹਨੇ ਇਹ ਦੱਸਿਆ ਕਿ ਭਾਰਤੀ ਸੱਭਿਅਤਾ, ਭਾਰਤੀ ਸੰਸਕ੍ਰਿਤੀ ਬਹੁਤ ਹੀ ਨੀਵੀਂ ਸੀ ਤੇ ਇੰਗਲੈਂਡ ਦੀ ਸੱਭਿਅਤਾ, ਇੰਗਲੈਂਡ ਦੀ ਉੱਨਤੀ ਸਭ ਕੁਝ ਵਧੀਆ ਸੀਗੀ। ਮਤਲਬ ਇੰਗਲੈਂਡ ਦੀ ਸੰਸਕ੍ਰਿਤੀ ਨੂੰ ਤੇ ਉੱਥੋਂ ਦੇ ਕਲਚਰ ਨੂੰ ਵਧੀਆ ਦਿਖਾ ਰਿਹਾ ਤੇ ਭਾਰਤੀ ਸੱਭਿਅਤਾ ਨੂੰ ਕੀ ਦਿਖਾ ਰਿਹਾ? ਨੀਵਾਂ। ਤੇ ਇਹ ਬੁੱਕ ਇਹਦੀ ਇੰਗਲੈਂਡ ਵਿੱਚ ਬਹੁਤ ਜ਼ਿਆਦਾ ਫੇਮਸ ਹੋ ਗਈ ਸੀ, ਲੋਕਪ੍ਰਿਯ ਹੋ ਗਈ ਸੀਗੀ। ਕੀ ਹੋ ਗਈ ਸੀਗੀ? ਕਿਉਂਕਿ ਇੰਗਲੈਂਡ ਲੋਕ ਪੜ੍ਹ ਕੇ ਖੁਸ਼ ਹੁੰਦੇ ਸੀ ਕਿ ਸਾਡੀ ਸੱਭਿਅਤਾ ਨੂੰ ਉੱਚਾ ਦਿਖਾਇਆ ਗਿਆ ਹੈ ਭਾਰਤੀ ਸੱਭਿਅਤਾ ਨਾਲੋਂ। ਸਮਝ ਗਏ ਇਹ 'ਚ ਕੀ ਲਿਖਣਾ ਜੇਮਸ ਮਿਲ 'ਚ? ਕਿ ਜੇਮਸ ਮਿਲ ਕੀ ਸੀਗਾ? ਸਭ ਤੋਂ ਵੱਡਾ ਬਸਤੀਵਾਦੀ ਇਤਿਹਾਸਕਾਰ ਸੀਗਾ। ਇਹਨੇ ਇੱਕ ਬੁੱਕ ਲਿਖੀ ਸੀ। ਕੀ ਲਿਖੀ ਸੀਗੀ? ਕਿਹੜੀ? ਇੰਗਲੈਂਡ ਦੀ ਕੰਪਨੀ ਦਾ। ਹਾਂ, ਈਸਟ ਇੰਡੀਆ ਕੰਪਨੀ ਵਿੱਚ ਇੱਕ ਅਧਿਕਾਰੀ ਵੀ ਸੀਗਾ ਲੰਡਨ 'ਚ। ਤੇ ਇਹਨੇ ਕਿਤਾਬ ਲਿਖੀ ਸੀ। ਕਿਹੜੀ ਕਿਤਾਬ ਲਿਖੀ ਸੀਗੀ? ਹਿਸਟਰੀ ਆਫ ਦਾ ਬ੍ਰਿਟਿਸ਼ ਇੰਡੀਆ। ਕਿਹੜੀ ਬੁੱਕ ਲਿਖੀ ਸੀ ਇਹਨੇ? ਹਿਸਟਰੀ ਆਫ ਦਾ ਬ੍ਰਿਟਿਸ਼ ਇੰਡੀਆ। ਇਸ ਬੁੱਕ ਵਿੱਚ ਇਹਨੇ ਕੀ ਲਿਖਿਆ ਸੀ ਦੱਸੋ? ਇਹੀ ਕਿ ਭਾਰਤ ਦੀ ਸੰਸਕ੍ਰਿਤੀ ਬਹੁਤ ਨੀਵੀਂ ਹੈ ਤੇ ਅੰਗਰੇਜ਼ਾਂ ਦੀ ਬਹੁਤ ਵਧੀਆ ਹੈ। ਹਾਂ, ਠੀਕ ਹੈ। ਉਸ ਤੋਂ ਬਾਅਦ ਆ ਜਾਏਗਾ ਰਾਜੇ, ਭਾਵੇਂ ਇਹਦੀ ਬੁੱਕ ਜਿਹੜੀ ਹੈ ਬਹੁਤ ਫੇਮਸ ਹੋ ਗਈ ਸੀ। ਇਹ ਕੀ ਹੋ ਗਈ ਸੀਗੀ? ਕਿਉਂ ਹੋ ਗਈ ਸੀ ਫੇਮਸ ਇੰਗਲੈਂਡ ਦੇ ਵਿੱਚ? ਕਿਉਂਕਿ ਇਹਨੇ ਭਾਰਤੀ ਸੰਸਕ੍ਰਿਤੀ ਨੂੰ ਨੀਵਾਂ ਦਿਖਾਇਆ ਸੀ। ਕੀ ਦਿਖਾਇਆ ਸੀਗਾ? ਅਪਮਾਨ ਕੀਤਾ ਸੀ ਭਾਰਤੀ ਸੱਭਿਅਤਾ ਦਾ। ਕੀ ਕੀਤਾ ਸੀਗਾ? ਤੇ ਉਹਨੇ ਇਹ ਵੀ ਗੱਲ ਕਹੀ ਸੀਗੀ ਕਿ ਇੱਥੋਂ ਦੇ ਪੁਰੋਹਿਤ ਤੇ ਇੱਥੋਂ ਦੇ ਸ਼ਾਸਕ ਹੀ ਇਹਨੂੰ ਅੰਧਕਾਰ ਵੱਲ ਲੈ ਕੇ ਜਾ ਰਹੇ ਹੈ। ਭਾਰਤੀ ਸੱਭਿਅਤਾ ਨੂੰ ਖਰਾਬ ਕਿਹਨੇ ਕੀਤਾ ਹੈ? ਪੁਰੋਹਿਤਾਂ ਨੇ ਤੇ ਬ੍ਰਾਹਮਣਾਂ ਨੇ ਤੇ ਇੱਥੋਂ ਦੇ ਸ਼ਾਸਕਾਂ ਨੇ ਕੀਤਾ ਹੋਇਆ। ਕਿਹਨੇ ਕੀਤਾ ਹੋਇਆ? ਬ੍ਰਾਹਮਣਾਂ ਤੇ ਸ਼ਾਸਕਾਂ ਨੇ। ਪਰ ਇੱਥੋਂ ਦੇ ਇਤਿਹਾਸਕਾਰ ਕਹਿੰਦੇ ਆ ਮਿਲ ਨੇ ਬਿਲਕੁਲ ਗਲਤ ਲਿਖਿਆ। ਕੀ ਲਿਖਿਆ? ਮਿਲ ਨੇ ਬਿਲਕੁਲ ਗਲਤ ਲਿਖਿਆ। ਕਿਉਂਕਿ ਉਹ ਕਦੀ ਆਇਆ ਹੀ ਨਹੀਂ ਸੀ ਭਾਰਤ। ਉਹਨੇ ਸੁਣੀਆਂ ਗੱਲਾਂ ਦੇ ਆਧਾਰ ਤੇ ਹੀ ਆਪਣੀ ਬੁੱਕ ਲਿਖ ਦਿੱਤੀ। ਕਿਹਦੇ ਆਧਾਰ ਤੇ ਆਪਣੀ ਬੁੱਕ ਲਿਖਤੀ? ਸੁਣੀਆਂ ਹੋਈਆਂ ਗੱਲਾਂ ਤੇ। ਹਾਂ, ਇਹ ਕੌਣ ਕਹਿ ਰਿਹਾ? ਇੱਥੋਂ ਦੇ ਇੰਡੀਆ ਵਾਲੇ। ਹਾਂ, ਇੰਡੀਅਨ ਇਤਿਹਾਸਕਾਰ। ਹਾਂ, ਇਹ ਗੱਲ ਕਹਿ ਰਿਹਾ। ਹੁਣ ਤੁਹਾਨੂੰ ਜੇਮਸ ਮਿਲ ਦੇ ਵਿਚਾਰ ਪਤਾ ਲੱਗ ਗਏ। ਕੋਈ ਔਖਾ ਨਹੀਂ ਵੈਸੇ ਇਹਦੇ ਵਿੱਚ। ਬਸ ਇਹਦੀ ਬੁੱਕ ਦਾ ਨਾਮ ਯਾਦ ਰੱਖ ਲਿਓ, ਹਿਸਟਰੀ ਆਫ ਦਾ ਬ੍ਰਿਟਿਸ਼ ਇੰਡੀਆ। ਕੀ ਹੈ ਬੁੱਕ ਦਾ ਨਾਮ? ਹਿਸਟਰੀ ਆਫ ਦਾ ਬ੍ਰਿਟਿਸ਼ ਇੰਡੀਆ। 1818 ਚ ਛਪੀ ਸੀ ਬੁੱਕ ਇਹਦੀ। ਦੂਸਰਾ ਪੁਆਇੰਟ ਆਪਾਂ ਜੋ ਦੇਣਾ ਹੈ, ਜੇਮਸ ਗ੍ਰਾਂਟ ਡਫ। ਕਿਹੜਾ ਦੇਣਾ ਹੈ? ਜੇਮਸ ਗ੍ਰਾਂਟ ਡਫ। ਜੇਮਸ ਗ੍ਰਾਂਟ ਡਫ ਜਿਹੜਾ ਸੀ ਉਹ ਵੀ ਇੱਕ
ਬ੍ਰਿਟਿਸ਼ ਸੈਨਿਕ ਤੇ ਲੇਖਕ ਸੀਗਾ। ਉਹਨੇ ਲੰਬੇ ਸਮੇਂ ਤੱਕ ਮੁੰਬਈ 'ਚ ਰਹਿ ਕੇ ਉੱਥੇ ਕੰਮ ਕੀਤਾ ਹੈ। ਤੇ ਉਹਨੇ ਨਾ ਮਰਾਠਿਆਂ ਬਾਰੇ ਤੇ ਬ੍ਰਾਹਮਣਾਂ ਬਾਰੇ ਬੜੀ ਜਾਣਕਾਰੀ ਹਾਸਿਲ ਕਰ ਲਈ ਸੀ। ਕਿਹਨਾਂ ਬਾਰੇ? ਹਾਂ, ਤੇ ਉਹਨੇ ਜਿਹੜੀ ਬੁੱਕ ਲਿਖੀ ਨਾ, ਹਿਸਟਰੀ ਆਫ ਦਾ ਮਰਾਠਾਸ, ਕਿਹੜੀ ਲਿਖੀ ਉਹਨੇ? ਹਾਂ, ਹਿਸਟਰੀ ਆਫ ਦਾ ਮਰਾਠਾਸ ਲਿਖੀ ਹੈ, 1825 ਚ ਛਪੀ ਹੈ ਬੁੱਕ। ਇਹਦੇ ਨੇ ਮਰਾਠਿਆਂ ਦੇ ਇਤਿਹਾਸ ਬਾਰੇ ਬੜੀ ਜਾਣਕਾਰੀ ਦਿੱਤੀ ਹੈ। ਅਗਰ ਕਿਸੇ ਵੀ ਵਿਅਕਤੀ ਦੇ ਮਰਾਠਿਆਂ ਦੇ ਇਤਿਹਾਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਉਹ ਕਿਹਦੀ ਬੁੱਕ ਪੜ੍ਹ ਸਕਦਾ ਹੈ? ਜੇਮਸ ਗ੍ਰਾਂਟ ਡਫ ਦੀ। ਕਿਹਦੀ ਬੁੱਕ ਪੜ੍ਹ ਸਕਦਾ ਹੈ? ਜੇਮਸ ਗ੍ਰਾਂਟ। ਇਹਨੇ ਕਿਹੜੀ ਬੁੱਕ ਲਿਖੀ ਹੈ? ਹਿਸਟਰੀ ਆਫ ਦਾ ਮਰਾਠਾਸ। ਕਿਹੜੀ ਬੁੱਕ ਲਿਖੀ ਹੈ? ਹਿਸਟਰੀ ਆਫ ਦਾ ਮਰਾਠਾਸ। ਮਰਾਠਾਸ। ਬਸ ਨਾਮ ਲਿਖ ਕੇ ਨਾ ਅੱਗੇ ਬੁੱਕ ਦਾ ਨਾਮ ਲਿਖ ਲਓ ਤੇ ਹਲਕਾ ਜਿਹਾ ਲਿਖ ਲਓ ਕਿਹਦੇ ਬਾਰੇ ਲਿਖਿਆ ਹੈ। ਜਿਵੇਂ ਜੇਮਸ ਮਿਲ ਨੇ ਅੰਗਰੇਜ਼ਾਂ ਆਪਣੀ ਸੰਸਕ੍ਰਿਤੀ ਨੂੰ ਵਧੀਆ ਦੱਸਿਆ, ਭਾਰਤੀ ਸੰਸਕ੍ਰਿਤੀ ਨੂੰ ਨੀਵਾਂ ਦੱਸਿਆ। ਡਫ ਨੇ ਕੀ ਕੀਤਾ ਹੈ? ਡਫ ਨੇ ਬ੍ਰਾਹਮਣਾਂ ਤੇ ਮਰਾਠਿਆਂ ਦੀ ਜਾਣਕਾਰੀ ਲੈ ਲਈ ਹੈ ਤੇ ਬ੍ਰਾਹਮਣਾਂ ਤੇ ਮਰਾਠਿਆਂ ਬਾਰੇ ਪੂਰਾ ਇਤਿਹਾਸ ਪੇਸ਼ ਕਰਤਾ ਆਪਣੀ ਬੁੱਕ ਦੇ ਵਿੱਚ। ਠੀਕ ਹੈ। ਉਹਦੀ ਬੁੱਕ 1818 ਛਪੀ, ਇਹਦੀ ਬੁੱਕ ਤੋਂ ਛਪੀ 1825। ਉਸ ਤੋਂ ਬਾਅਦ ਆਪਾਂ ਲਿਖਣਾ ਹੈ ਕਨਿੰਗਮ। ਕੀ ਲਿਖਣਾ ਹੈ? J.D. ਕਨਿੰਗਮ। J.D. ਕਨਿੰਗਮ ਵੀ ਇੱਕ ਬ੍ਰਿਟਿਸ਼ ਅਧਿਕਾਰੀ ਸਨ। ਇਹ ਕਾਫੀ ਸਮਾਂ ਪੰਜਾਬ 'ਚ ਰਹੇ ਹੈ। ਇਹਨਾਂ ਨੇ ਪਹਿਲਾ ਐਂਗਲੋ ਸਿੱਖ ਯੁੱਧ ਤੇ ਦੂਸਰਾ ਐਂਗਲੋ ਸਿੱਖ ਯੁੱਧ ਆਪਣੀ ਅੱਖਾਂ ਨਾਲ ਦੇਖਿਆ। ਕਿਹਦਾ ਦੇਖਿਆ? ਆਪਣੀ ਅੱਖਾਂ ਨਾਲ। ਤੇ ਉਹਨਾਂ ਨੇ ਇਹ ਵੀ ਦੇਖਿਆ ਕਿ ਕਿੱਦਾਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਰਾਜ 'ਚ ਮਿਲਾਇਆ। ਤੇ ਉਹਨਾਂ ਨੇ ਇੱਕ ਬੁੱਕ ਲਿਖੀ ਸੀ, ਹਿਸਟਰੀ ਆਫ ਦਾ ਸਿੱਖਸ। ਕੀ ਲਿਖੀ ਸੀਗੀ? ਹਾਂ, ਹਿਸਟਰੀ ਆਫ ਦਾ ਸਿੱਖਸ ਨਾਂ ਦੀ ਬੁੱਕ ਲਿਖੀ ਸੀਗੀ। ਤੇ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1849 ਤੱਕ ਦਾ ਸਾਰਾ ਇਤਿਹਾਸ ਲਿਖਿਆ ਵਾ ਇਸ ਬੁੱਕ ਦੇ ਵਿੱਚ। ਕਿਹਦੇ ਤੋਂ ਲੈ ਕੇ? ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1849 ਤੱਕ ਦਾ ਇਤਿਹਾਸ। ਕਿਉਂਕਿ 1849 ਚ ਅੰਗਰੇਜ਼ਾਂ ਨੇ ਪੰਜਾਬ ਨੂੰ ਸ਼ਾਮਿਲ ਕੀਤਾ ਸੀ ਨਾ ਆਪਣੇ ਰਾਜ 'ਚ। ਅਗਰ ਕੋਈ ਵੀ ਮਤਲਬ ਪੰਜਾਬੀ ਪੰਜਾਬ ਦੇ ਇਤਿਹਾਸ ਨੂੰ ਜਾਣਨਾ ਚਾਹੁੰਦਾ ਹੈ ਤਾਂ J.D. ਕਨਿੰਗਮ ਦੀ ਬੁੱਕ ਜਿਹੜੀ ਬਹੁਤ ਵਧੀਆ ਕੀ ਹੈ? ਸੋਮਾ ਹੈ। ਕੀ ਹੈ? ਸੋਮਾ। ਪਰ ਕਹਿੰਦੇ ਨੇ ਉਹ ਕੁਝ ਗਲਤ ਨਹੀਂ ਲਿਖਿਆ। ਇਹਨੇ ਮਤਲਬ ਪੰਜਾਬੀ ਸੱਭਿਅਤਾ ਦੀ ਕੋਈ ਆਲੋਚਨਾ ਨਹੀਂ ਕੀਤੀ। ਕੀ ਨਹੀਂ ਕੀਤੀ? ਸਭ ਕੁਝ ਬਰਾਬਰ ਰੱਖ ਕੇ ਲਿਖਿਆ। ਹਾਂ, ਇਹਨੇ ਮਤਲਬ ਕੋਈ ਆਲੋਚਨਾ ਨਹੀਂ ਕੀਤੀ। ਤੇ ਅੱਜ ਵੀ ਇਹਦਾ ਨਾਮ ਪੰਜਾਬ ਦੇ ਇਤਿਹਾਸ ਵਿੱਚ ਸਨਮਾਨ ਨਾਲ ਲਿਆ ਜਾਂਦਾ ਹੈ। ਕਿੱਦਾਂ ਲਿਆ ਜਾਂਦਾ ਹੈ? ਹਾਂ, J.D. ਕਨਿੰਗਮ ਨੂੰ। ਇਸ ਤੋਂ ਬਾਅਦ ਅਗਲਾ ਪੁਆਇੰਟ ਲਿਖਣਾ ਤੁਸੀਂ, ਜੌਨ ਰੋਬਰਟ ਸਿਲੀ। ਕਿਹੜਾ ਵਾ? ਜੌਨ ਰੋਬਰਟ ਸਿਲੀ। ਇਹ ਵੀ ਇੱਕ ਪ੍ਰਸਿੱਧ ਕਲੋਨਿਸਟ ਇਤਿਹਾਸਕਾਰ ਸੀਗੇ, ਅੰਗਰੇਜ਼ੀ ਤੇ ਇਤਿਹਾਸਕਾਰ ਸੀ, ਉਪਨਿਵੇਸ਼ਵਾਦੀ। ਇਹਨਾਂ ਨੇ ਬੁੱਕ ਲਿਖੀ ਸੀ ਐਕਸਪੈਂਸ਼ਨ ਆਫ ਦਾ ਇੰਗਲੈਂਡ। ਕਿਹੜੀ ਬੁੱਕ ਲਿਖੀ ਸੀ? ਐਕਸਪੈਂਸ਼ਨ ਆਫ ਦਾ ਇੰਗਲੈਂਡ। ਹਾਂ, ਇੰਗਲੈਂਡ ਦਾ ਵਿਸਤਾਰ। ਇਹ ਬੁੱਕ ਬਹੁਤ ਲੋਕਪ੍ਰਿਯ ਹੋ ਗਈ ਸੀ, ਲੋਕਾਂ ਨੂੰ ਬੜੀ ਪਸੰਦ ਆਈ ਸੀ। ਇੱਥੋਂ ਤੱਕ ਕਿ ਇੰਗਲੈਂਡ ਦੇ ਸਕੂਲਾਂ ਦੇ ਵਿੱਚ ਵੀ ਇਹ ਬੁੱਕ ਨੂੰ ਸ਼ਾਮਿਲ ਕਰ ਲਿਆ ਸੀਗਾ ਬੱਚਿਆਂ ਦੀ ਪੜ੍ਹਾਈ ਦੇ ਵਿੱਚ। ਕਿਤੇ ਸ਼ਾਮਿਲ ਕਰਤਾ ਸੀਗਾ? ਬੱਚਿਆਂ ਦੀ ਪੜ੍ਹਾਈ ਵਿੱਚ। ਇਹ ਬੁੱਕ ਵਿੱਚ ਉਹਨੇ ਇਹ ਦੱਸਿਆ ਕਿ ਇੰਗਲੈਂਡ ਨੇ ਕਿਸ ਤਰ੍ਹਾਂ ਆਪਣੀਆਂ ਬਸਤੀਆਂ ਬਣਾਈਆਂ ਸੀਗੀਆਂ ਭਾਰਤ ਵਿੱਚ। ਕੀ ਦੱਸਿਆ? ਹਾਂ, ਆਪਣੀਆਂ ਬਸਤੀਆਂ ਕਿੱਦਾਂ ਬਣਾਈਆਂ। ਤੇ ਉਲਟਾ ਇਹ ਪਤਾ ਕੀ ਲਿਖਦੇ ਪਏ ਸਿਲੀ, ਰੋਡ ਸਿਲੀ? ਇਹ ਲਿਖਦੇ ਪਏ ਹੈ ਕਿ ਭਾਰਤ ਨੇ ਤਾਂ ਭਾਰਤ ਤੇ ਬਸਤੀਆਂ ਬਣਾ ਕੇ ਤਾਂ ਇੰਗਲੈਂਡ ਨੇ ਬਹੁਤ ਵੱਡਾ ਰਹਿਮ ਕੀਤਾ ਹੈ ਭਾਰਤ ਦੇ ਉੱਤੇ। ਬਸਤੀਆਂ ਬਣਾਈਆਂ ਉਹਨਾਂ ਨੇ ਇੱਥੇ ਆ ਕੇ, ਤੇ ਉਹਨਾਂ ਨੇ ਤਾਂ ਭਾਰਤ ਲਈ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ। ਸਗੋਂ ਇਹਨਾਂ ਦੀਆਂ ਬਸਤੀਆਂ ਅਗਰ ਬਣੀਆਂ ਨੇ, ਇਹਨਾਂ ਦਾ ਰਾਜ ਅਗਰ ਹੋਇਆ ਵਾ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ, ਤਾਂ ਇਹ ਉਹਨਾਂ ਲਈ ਲਾਭਦਾਇਕ ਸੀਗਾ। ਕੀ ਸੀਗਾ? ਕਿਹਨਾਂ ਲਈ ਲਾਭਦਾਇਕ ਸੀਗਾ? ਭਾਰਤੀਆਂ ਲਈ। ਕਹਿੰਦੇ ਉਲਟਾ ਭਾਰਤ ਦਾ ਵਿਕਾਸ ਹੀ ਕੀਤਾ ਉਹਨਾਂ ਨੇ। ਇੱਥੇ ਅਗਰ ਬਸਤੀਆਂ ਵੀ ਬਣਾਈਆਂ ਸੀ, ਉਹਨਾਂ ਨੇ ਕੁਛ ਵੀ ਕੀਤਾ ਸੀ। ਤੇ ਕਹਿੰਦੇ ਜਿੰਨਾ ਵਿਕਾਸ ਉਹਨਾਂ ਨੇ ਕੀਤਾ ਅੰਗਰੇਜ਼ਾਂ ਨੇ ਇੰਨਾ ਹੋਣਾ ਨਹੀਂ ਸੀਗਾ। ਇਹ ਗੱਲ ਕਹਿ ਰਹੇ ਜੌਨ ਸਿਲੀ। ਕੌਣ ਕਹਿ ਰਿਹਾ? ਪਤਾ ਲੱਗ ਗਿਆ? ਜੌਨ ਸਿਲੀ ਨੇ ਕਿਹੜੀ ਬੁੱਕ ਲਿਖੀ ਹੈ? ਐਕਸਪੈਂਸ਼ਨ ਆਫ ਇੰਗਲੈਂਡ। ਕਿਹੜੀ ਬੁੱਕ ਲਿਖੀ ਹੈ? ਐਕਸਪੈਂਸ਼ਨ ਆਫ ਇੰਗਲੈਂਡ। ਤੇ ਇਹਦੇ ਵਿੱਚ ਉਹਨਾਂ ਨੇ ਕੀ ਲਿਖਿਆ ਹੈ? ਇਹਦੇ 'ਚ ਉਹਨਾਂ ਨੇ ਇਹ ਲਿਖਿਆ ਹੈ ਕਿ ਜੇ ਅੰਗਰੇਜ਼ ਭਾਰਤ ਤੇ ਕਬਜ਼ਾ ਨਾ ਕਰਦੇ, ਬਸਤੀਆਂ ਨਾ ਬਣਾਉਂਦੇ, ਤਾਂ ਭਾਰਤ ਦਾ ਵਿਕਾਸ ਨਹੀਂ ਹੋਣਾ ਸੀ। ਭਾਰਤ ਦਾ ਵਿਕਾਸ ਕਿਹਦੇ ਕਰਕੇ ਹੋਇਆ? ਇਹਨਾਂ ਕਰਕੇ ਹੀ ਹੋਇਆ, ਅੰਗਰੇਜ਼ਾਂ ਕਰਕੇ। ਅਗਲਾ ਆ ਜਾਏਗਾ TB ਮੈਕਾਲੇ। ਕੀ ਆ ਜਾਏਗਾ? TB ਮੈਕਾਲੇ ਜਿਹੜੇ ਹੈ ਉਹਨਾਂ ਨੇ ਕਲਾਈਵ ਬਾਰੇ ਲਿਖਿਆ। ਕਿਹਦੇ ਬਾਰੇ ਲਿਖਿਆ? ਉਹਨਾਂ ਨੇ ਐਸੇ ਔਨ ਕਲਾਈਵ ਨਾਂ ਦੀ ਇੱਕ ਬੁੱਕ ਲਿਖੀ ਹੈ। ਉਹਨਾਂ ਨੇ ਕਲਾਈਵ, ਨਮਸਤੇ ਰਾਜੇ, ਉਹਨਾਂ ਨੇ ਕਲਾਈਵ ਬਾਰੇ ਸਾਰਾ ਟੋਟਲ ਲਿਖਿਆ। ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜੇ ਕਲਾਈਵ ਹੈ ਨਾ, ਕਲਾਈਵ ਨੇ ਯੁੱਧ ਲੜੇ। ਕੀ ਲੜੇ? ਯੁੱਧ ਲੜੇ ਤੇ ਬੰਗਾਲ ਦੇ ਨਵਾਬ ਦੀ ਸੈਨਾ ਨੂੰ ਹਰਾ ਕੇ ਉਹਨਾਂ ਨੂੰ ਤਾਰੇ ਦਿਖਾਤੇ ਸੀਗੇ। ਕਿਹਨੂੰ ਹਰਾਇਆ ਸੀ? ਬੰਗਾਲ ਦੇ ਨਵਾਬ ਨੂੰ। ਹਾਂ, ਬੰਗਾਲ ਦੇ ਨਵਾਬ ਨੂੰ ਹਰਾਇਆ ਸੀ। ਤੁਹਾਨੂੰ ਕੀ ਦਿਖਾਤੇ ਸੀਗੇ? ਤਾਰੇ ਦਿਖਾਤੇ। ਮੈਕਾਲੇ ਨੇ ਮਤਲਬ ਕਲਾਈਵ ਬਾਰੇ ਕਿਤਾਬ ਲਿਖੀ। ਕਿਹਦੇ ਬਾਰੇ? ਕਲਾਈਵ ਗਵਰਨਰ ਜਨਰਲ ਬਣ ਕੇ ਆਏ ਸੀ ਨਾ ਇੱਧਰ ਇੰਡੀਆ ਦੇ ਵਿੱਚ, ਤੇ ਕਹਿੰਦੇ ਉਹਨੇ ਯੁੱਧ ਲੜੇ ਸੀਗੇ ਬੰਗਾਲ ਦੇ ਨਵਾਬ ਨਾਲ। ਕਿੰਨਾ ਯੁੱਧ ਲੜਿਆ ਸੀ? ਸਿਰਾਜੂ ਦੋਲਾ ਨਾਲ ਲੜਿਆ ਸੀ। ਕਿਹਨਾਂ ਲੜਿਆ ਸੀਗਾ? ਹਾਂ, ਤੇ ਉਹਨੂੰ ਦਿਨੇ ਤਾਰੇ ਦਿਖਾਤੇ ਸੀ ਉਹਦੀ ਸੈਨਾ ਨੂੰ,
ਕੀ ਦਿਖਾਤੇ ਸੀਗੇ? ਦਿਨ ਤਾਰੇ। ਮਤਲਬ ਇੰਨਾ ਬਹਾਦਰ ਸੀਗਾ ਕਲਾਈਵ। ਉਸ ਤੋਂ ਬਾਅਦ ਆਪਾਂ ਇਸ ਤੋਂ ਬਾਅਦ ਤੁਸੀਂ ਲਿਖਣਾ ਹੈ ਵੀਏ ਸਮਿਥ। ਕੀ ਲਿਖਣਾ ਹੈ? ਵੀਏ ਸਮਿਥ। ਵੀਏ ਸਮਿਥ ਜਿਹੜੇ ਸੀ ਉਹਨਾਂ ਨੇ ਲਿਖੀ ਸੀ ਬੁੱਕ ਅਰਲੀ ਹਿਸਟਰੀ ਆਫ ਇੰਡੀਆ। ਕਿਹੜੀ ਬੁੱਕ ਲਿਖੀ ਸੀਗੀ? ਅਰਲੀ ਹਿਸਟਰੀ ਆਫ ਇੰਡੀਆ। ਇਹ ਵੀ ਪੁਸਤਕ ਬਹੁਤ ਲੋਕਪ੍ਰਿਯ ਹੋਈ ਸੀਗੀ। ਇਹ ਤੋਂ ਵੀ ਸਾਨੂੰ ਕਾਫੀ ਜਾਣਕਾਰੀ ਮਿਲਦੀ ਹੈ। ਇਹ ਪੁਸਤਕ ਜਲਦੀ ਪ੍ਰਸਿੱਧ ਤਾਂ ਹੋ ਗਈ ਸੀ, ਕਾਫੀ ਰੋਚਕ ਵਰਣਨ ਕੀਤੇ ਸੀ ਇਹਨਾਂ ਨੇ। ਕੀ ਕੀਤੇ ਸੀਗੇ? ਹਾਂ, ਇਹਨਾਂ ਨੇ ਅਸ਼ੋਕ ਬਾਰੇ, ਚੰਦਰਗੁਪਤ ਮੌਰਿਆ ਬਾਰੇ, ਗੁਪਤ ਸ਼ਾਸਕਾਂ ਬਾਰੇ, ਹਰਸ਼ਵਰਧਨ ਬਾਰੇ, ਇਹਨਾਂ ਨੇ ਭਾਰਤੀ ਰਾਜਾ ਦੀ ਪ੍ਰਸ਼ੰਸਾ ਕੀਤੀ ਹੈ। ਕੀ ਕੀਤੀ ਹੈ? ਪ੍ਰਸ਼ੰਸਾ। ਜਿਵੇਂ ਚੰਦਰਗੁਪਤ ਮੌਰਿਆ, ਹਰਸ਼ਵਰਧਨ, ਠੀਕ ਹੈ, ਅਸ਼ੋਕ, ਇਹਨਾਂ ਨੇ ਦੱਸਿਆ ਕਿ ਮਤਲਬ ਬਹੁਤ ਵਧੀਆ ਰਾਜ ਸੀਗੇ। ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਭਾਰਤ ਨੂੰ ਸਮੇਟਿਆ ਹੋਇਆ ਸੀ। ਤੇ ਹਰਸ਼ਵਰਧਨ ਦੀ ਮੌਤ ਤੋਂ ਬਾਅਦ ਭਾਰਤ ਛੋਟੇ ਛੋਟੇ ਰਾਜਾਂ ਚ ਵੰਡ ਗਿਆ ਸੀ। ਕਿਹ ਚ ਵੰਡ ਗਿਆ ਸੀਗਾ? ਹਾਂ, ਕਿਉਂਕਿ ਹਰਸ਼ਵਰਧਨ ਹੀ ਸੀਗਾ ਇੱਕ ਸ਼ਕਤੀਸ਼ਾਲੀ ਰਾਜਾ ਜਿਹਨੇ ਸੰਭਾਲਿਆ ਹੋਇਆ ਸੀਗਾ ਪੂਰੇ ਇੰਡੀਆ ਨੂੰ। ਉਹਦੀ ਮੌਤ ਤੋਂ ਬਾਅਦ ਛੋਟੇ ਛੋਟੇ ਰਾਜਾਂ ਚ ਵੰਡ ਗਿਆ ਸੀਗਾ। ਬਾਅਦ ਚੋਂ ਮੁਗਲਾਂ ਨੇ, ਅੰਗਰੇਜ਼ਾਂ ਨੇ, ਤੁਰਕਾਂ ਨੇ, ਅਰਬਾਂ ਨੇ ਇਹਦਾ ਫਾਇਦਾ ਚੱਕਿਆ। ਕੀ ਚੱਕਿਆ? ਫਾਇਦਾ ਚੱਕਿਆ। ਤੁਸੀਂ ਦੇਖੋ, ਸਾਰੇ ਇਤਿਹਾਸਕਾਰ ਨਹੀਂ ਕਰਨੇ, ਕੋਈ ਵੀ 5-6 ਕਰਨੇ ਆ। ਕਿੰਨੇ ਕਰਨੇ ਆ? 5-6 ਇਤਿਹਾਸਕਾਰ ਲਿਖ ਕੇ ਨਾ ਤੁਸੀਂ ਉਸ ਤੋਂ ਬਾਅਦ ਨੀਚੇ ਅਲੱਗ ਤੋਂ ਇੱਕ ਪੁਆਇੰਟਸ ਬਣਾ ਦਿੰਦੇ ਆ। ਕੀ ਬਣਾ ਦਿੰਦੇ? ਦੇਖੋ, ਤੁਸੀਂ ਇਹ ਲਿਖਣਾ ਹੈ ਬਸਤੀ, ਉੱਪਰ ਲਿਖ ਦੇਣਾ ਬਸਤੀਵਾਦੀ ਇਤਿਹਾਸਕਾਰਾਂ ਦਾ ਮੂਲ ਉਦੇਸ਼। ਕੀ ਲਿਖ ਦੇਣਾ? ਜਾਂ ਕੱਲਾ ਉਦੇਸ਼ ਲਿਖ ਦਿਓ। ਕੀ ਲਿਖ ਦਿਓ? ਉਦੇਸ਼ ਲਿਖ ਕੇ ਨਾ ਜਿੰਨੇ 5-6 ਪੁਆਇੰਟ ਬਣ ਜਾਣਗੇ ਨਾ, 7ਵਾਂ ਪੁਆਇੰਟ ਤੁਸੀਂ ਲਿਖਣਾ ਹੈ ਭਾਰਤੀ ਸਭਿਅਤਾ ਨੂੰ ਨੀਵਾਂ ਦਿਖਾਣਾ। ਕੀ ਲਿਖਣਾ ਹੈ? ਹਾਂ, ਇਹ ਪੁਆਇੰਟ ਬਣਾਣਾ ਆਪਾਂ। ਜ਼ਿਆਦਾਤਰ ਜਿੰਨੇ ਵੀ ਬਸਤੀਵਾਦੀ ਇਤਿਹਾਸਕਾਰ ਸੀਗੇ ਉਹਨਾਂ ਦਾ ਮੂਲ ਉਦੇਸ਼ ਭਾਰਤੀ ਸਭਿਅਤਾ ਨੂੰ ਨੀਵਾਂ ਦਿਖਾਣਾ ਸੀ। ਸਿਰਫ 2-4 ਇਤਿਹਾਸਕਾਰਾਂ ਨੂੰ ਛੱਡ ਕੇ ਬਾਕੀ ਸਭ ਭਾਰਤੀ ਸਭਿਅਤਾ ਨੂੰ ਨੀਵਾਂ ਹੀ ਦਿਖਾ ਰਹੇ ਸੀ। ਕੀ ਦਿਖਾ ਰਹੇ ਸੀਗੇ? ਉਹ ਆਪਣੀ ਸੰਸਕ੍ਰਿਤੀ ਨੂੰ ਉੱਚਾ ਦੱਸਦੇ ਸੀ ਤੇ ਭਾਰਤੀ ਸੰਸਕ੍ਰਿਤੀ ਨੂੰ ਕੀ ਦੱਸਦੇ ਸੀ? ਨੀਵਾਂ ਦੱਸਦੇ ਸੀ। ਇੱਕ ਆਪਾਂ ਇਹ ਲਿਖ ਦੇਣਾ ਪੁਆਇੰਟ। ਦੂਸਰਾ ਪੁਆਇੰਟ ਲਿਖ ਦੇਣਾ ਭਾਰਤ ਤੇ ਕਬਜ਼ੇ ਨੂੰ ਸਹੀ ਦਰਸਾਣਾ। ਉਹ ਇਹ ਵੀ ਦੱਸਦੇ ਸੀਗੇ ਕਿ ਭਾਰਤ ਤੇ ਅਗਰ ਕਬਜ਼ਾ ਕੀਤਾ ਹੋਇਆ ਸੀ ਨਾ ਅੰਗਰੇਜ਼ਾਂ ਨੇ ਤਾਂ ਇਹ, ਹਾਂ, ਉਹ ਕਹਿੰਦੇ ਸਗੋਂ ਵਧੀਆ ਹੀ ਕੀਤਾ ਉਹਨਾਂ ਨੇ ਕਬਜ਼ਾ ਕਰਕੇ। ਉਹਨਾਂ ਨੇ ਵਿਕਾਸ ਹੀ ਕੀਤਾ ਭਾਰਤ ਦਾ। ਕੀ ਕੀਤਾ? ਜਾਂ ਤਾਂ ਪੁਆਇੰਟ ਦਾ ਨਾਮ ਇਹ ਦੇ ਦਿਓ, ਜਾਂ ਦੇ ਦਿਓ ਭਾਰਤ ਦੇ ਵਿਕਾਸ ਲਈ ਜ਼ਰੂਰੀ, ਜਾਂ ਭਾਰਤ ਦੇ ਵਿਕਾਸ ਲਈ ਫਾਇਦੇਮੰਦ। ਕੀ ਲਿਖ ਦਾਂਗੇ ਆਪਾਂ? ਇਹ ਪੁਆਇੰਟ ਬਣਾ ਦਾਂਗੇ। ਉਹ ਇਹ ਗੱਲ ਕਹਿੰਦੇ ਪਿਆ ਕਿ ਜੇ ਅੰਗਰੇਜ਼ਾਂ ਨੇ ਭਾਰਤ ਤੇ ਕਬਜ਼ਾ ਕੀਤਾ ਨਾ ਤਾਂ ਇਹਦਾ ਭਾਰਤ ਨੂੰ ਫਾਇਦਾ ਹੀ ਹੋਇਆ। ਕੀ ਹੋਇਆ? ਨੁਕਸਾਨ ਕੋਈ ਨਹੀਂ ਹੋਇਆ। ਕੀ ਨਹੀਂ ਹੋਇਆ? ਹਾਂ, ਭਾਰਤ ਦੇ ਵਿਕਾਸ ਲਈ ਫਾਇਦੇਮੰਦ ਹੀ ਸੀਗਾ। ਜੇ ਉਹ ਕਬਜ਼ਾ ਨਾ ਕਰਦੇ ਤਾਂ ਭਾਰਤ ਨੇ ਗਵਾਰੂ ਦੇਸ਼ ਹੀ ਰਹਿਣਾ ਸੀਗਾ, ਇੱਥੇ ਕੋਈ ਤਰੱਕੀ ਨਹੀਂ ਹੋਣੀ ਸੀਗੀ। ਠੀਕ ਹੈ, ਵਿਕਾਸ ਹੀ ਕੀਤਾ ਉਹਨਾਂ ਨੇ। ਕੀ ਕੀਤਾ? ਹਾਂ, ਉੱਤੋਂ ਦੀ ਆਪਾਂ ਕਹਿਣਾ ਇਹਨਾਂ ਨੇ ਭਾਰਤ ਦਾ ਵਿਕਾਸ ਵੀ ਕੀਤਾ। ਤੇ ਇੱਕ ਆਪਾਂ ਪੁਆਇੰਟ ਇਹ ਵੀ ਦੇਣਾ ਹੈ ਕਿ ਇਹਨਾਂ ਨੇ ਆਪਣੇ ਇਤਿਹਾਸ ਵਿੱਚ ਪੁਰੋਹਿਤ ਵਰਗ ਦਾ ਬੁਰਾਈ ਕੀਤੀ ਹੈ। ਕਿਹਦੀ ਬੁਰਾਈ ਕੀਤੀ ਹੈ? ਪੁਰੋਹਿਤ ਵਰਗ ਦੀ ਬੁਰਾਈ। ਆਪਣੇ ਕਈ ਏਦਾਂ ਦੇ ਇਤਿਹਾਸਕਾਰ ਹੈ ਬਸਤੀਵਾਦੀ ਜਿਨ੍ਹਾਂ ਨੇ ਇਹ ਦੱਸਿਆ ਕਿ ਇੱਥੇ ਭਾਰਤ ਜਾਤਾਂ ਪਾਤਾਂ ਵਿੱਚ ਵੰਡਿਆ ਹੋਇਆ ਸੀ। ਕਿਸ ਵੰਡਿਆ ਹੋਇਆ ਸੀਗਾ? ਇੱਥੇ ਤੁਸੀਂ ਡਾਇਗ੍ਰਾਮ ਵੀ ਦੇ ਸਕਦੇ ਹੋ। ਮੇਨ 4 ਜਾਤਾਂ ਸੀ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਕਿੰਨੀਆਂ ਜਾਤਾਂ ਸੀਗੀਆਂ? ਸ਼ੂਦਰ। ਇਹ 4 ਜਾਤਾਂ ਵਿੱਚ ਵੰਡੇ ਹੋਏ ਸੀਗੇ ਤੇ ਇਹ 4 ਜਾਤਾਂ ਵਿੱਚੋਂ ਬ੍ਰਾਹਮਣ ਨੂੰ ਸਭ ਤੋਂ ਉੱਚਾ ਸਥਾਨ ਸੀਗਾ। ਜਿਹੜੇ ਬਾਕੀ ਸੀ ਖੱਤਰੀ ਵਗੈਰਾ ਜਾਂ ਵੈਸ਼ ਵਗੈਰਾ, ਉਹਨਾਂ ਨੂੰ ਇੰਨਾ ਜ਼ਿਆਦਾ ਉੱਚਾ ਸਥਾਨ ਨਹੀਂ ਮਿਲਿਆ ਹੋਇਆ ਸੀ। ਸ਼ੂਦਰਾਂ ਦੀ ਹਾਲਾਤ ਤਾਂ ਬਹੁਤ ਜ਼ਿਆਦਾ ਮਾੜੀ ਸੀਗੀ, ਉਹਨਾਂ ਤੇ ਅਤਿਆਚਾਰ ਕੀਤੇ ਜਾਂਦੇ ਸੀ, ਉਹਨਾਂ ਨੂੰ ਪਾਣੀ ਲੈਣ ਦੀ ਆਗਿਆ ਨਹੀਂ ਸੀ। ਮਤਲਬ ਹਾਂ, 3 ਵਰਗ ਦੀ ਸੇਵਾ ਕਰਦੇ ਸੀ। ਇਹ ਲਿਖ ਸਕਦੇ ਹੋ। ਤਾਂ ਅੰਗਰੇਜ਼ਾਂ ਨੇ ਆ ਕੇ ਸਗੋਂ ਇਹ ਖਤਮ ਕੀਤਾ ਭੇਦਭਾਵ। ਕੀ ਕੀਤਾ? ਜੋ ਨਾ ਆਂਦੇ ਤਾਂ ਭੇਦਭਾਵ ਏਦਾਂ ਹੀ ਰਹਿਣਾ ਸੀਗਾ। ਠੀਕ ਹੈ, ਇਹ ਵੀ ਪੁਆਇੰਟ ਦੇ ਸਕਦੇ ਹੋ। ਇੱਕ ਆਹ ਪੁਆਇੰਟ ਦੇ ਸਕਦੇ ਹੋ, ਅੰਧ ਵਿਸ਼ਵਾਸ ਦੂਰ ਕੀਤੇ ਉਹਨਾਂ ਨੇ। ਕੀ ਕੀਤੇ ਆ? ਭਾਰਤ ਅੰਧ ਵਿਸ਼ਵਾਸੀ ਦੇਸ਼ ਸੀ। ਭਾਰਤ ਦਾ ਜ਼ਿਆਦਾਤਰ ਧਿਆਨ ਅੰਧ ਵਿਸ਼ਵਾਸਾਂ 'ਚ ਹੀ ਰਹਿੰਦਾ ਸੀ ਤੇ ਉਹਨਾਂ ਨੇ ਆ ਕੇ ਸਗੋਂ ਇਹਨਾਂ ਦੇ ਅੰਧ ਵਿਸ਼ਵਾਸ ਦੂਰ ਕੀਤੇ ਹੈ। ਵਿਗਿਆਨਿਕ ਤੌਰ ਤੇ ਇਹਨਾਂ ਨੂੰ ਸੋਚਣ ਲਈ ਲਾਇਕ ਬਣਾਇਆ। ਕਿੱਦਾਂ ਬਣਾਇਆ? ਵਿਗਿਆਨਿਕ ਤੌਰ ਤੇ ਸੋਚਣ ਲਈ ਇਹਨਾਂ ਨੂੰ ਕੀ ਬਣਾਇਆ? ਲਾਇਕ ਬਣਾਇਆ। ਉਸ ਤੋਂ ਬਾਅਦ ਆਵਾਜਾਈ ਦੇ ਸਾਧਨਾਂ ਸੁਧਾਰ। ਆਵਾਜਾਈ ਦੇ ਸਾਧਨਾਂ ਦਾ ਕੀ ਕੀਤਾ ਇਹਨਾਂ ਨੇ? ਵਿਕਾਸ ਕੀਤਾ ਹੈ। ਉਹ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਅੰਗਰੇਜ਼ਾਂ ਨੇ ਇੱਥੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕੀਤਾ ਹੈ। ਪੰਜਾਬ ਦੇ ਵਿੱਚ ਉਹਨਾਂ ਨੇ ਨਹਿਰਾਂ ਖੁਦਵਾਈਆਂ ਤਾਂ ਕਿ ਪੰਜਾਬ ਦੇ ਵਿੱਚ ਨਹਿਰਾਂ ਏਦਾਂ ਦੀਆਂ ਖੁਦਵਾਤੀਆਂ ਕਿ ਇੱਥੋਂ ਦੀ ਜ਼ਮੀਨ ਨੂੰ ਪਾਣੀ ਮਿਲਦਾ ਰਹੇ। ਕੀ ਮਿਲਦਾ ਰਹੇ? ਨਹੀਂ ਤਾਂ ਪੰਜਾਬ ਦਾ ਜ਼ਿਆਦਾਤਰ ਹਿੱਸਾ ਬੰਜਰ ਹੀ ਸੀਗਾ। ਕੀ ਸੀਗਾ? ਬੰਜਰ ਸੀਗਾ। ਤੇ ਆਵਾਜਾਈ ਦੇ ਸਾਧਨਾਂ ਦਾ ਜਿਵੇਂ ਰੇਲਾਂ ਉਹ ਕਹਿੰਦੇ ਕਿ ਅੰਗਰੇਜ਼ਾਂ ਨੇ ਵਿਛਾਈਆਂ। ਸੜਕਾਂ ਇਹਨਾਂ ਨੇ ਬਣਾਈਆਂ। ਪਿੰਡਾਂ ਨੂੰ ਸ਼ਹਿਰਾਂ ਨਾਲ ਇਹਨਾਂ ਨੇ ਜੋੜਿਆ। ਠੀਕ ਹੈ, ਤਾਂ ਉਹ ਕਹਿੰਦੇ ਕਿ ਬਹੁਤ ਜ਼ਿਆਦਾ ਵਿਕਾਸ ਕੀਤਾ ਇਹਨਾਂ ਨੇ। ਪੁੱਲ ਬਣਾਏ।
ਉਹ ਤਾਂ ਕਹਿੰਦੇ ਪਿੰਡਾਂ ਵਿੱਚ ਨਾ ਨਾ ਸੜਕਾਂ ਸੀ, ਨਾ ਆਵਾਜਾਈ ਦੇ ਸਾਧਨ ਸੀਗੇ, ਬਹੁਤ ਪਿਛੜੇ ਹੋਏ ਦੇਸ਼ ਸੀਗਾ। ਕਿੱਦਾਂ ਸੀਗਾ? ਪਿਛੜਾ ਹੋਇਆ ਦੇਸ਼ ਸੀਗਾ। ਤੇ ਅੰਗਰੇਜ਼ਾਂ ਨੇ ਤਾਂ ਇਹਨਾਂ ਨੂੰ ਨਵਾਂ ਰਸਤਾ ਦਿਖਾਇਆ। ਕੀ ਦਿਖਾਇਆ? ਹੂੰ। ਇੱਕ ਪੁਆਇੰਟ ਇਹ ਵੀ ਦੇ ਦਿਓ। ਕੀ ਦੇ ਦਿਓ? ਇਹਨਾਂ ਇਤਿਹਾਸਕਾਰਾਂ ਦਾ ਇਹ ਮੰਨਣਾ ਹੈ ਕਿ ਜੇ ਭਾਰਤ ਦੇ ਉੱਤੇ ਅੰਗਰੇਜ਼ ਕਬਜ਼ਾ ਨਾ ਕਰਦੇ ਤਾਂ ਭਾਰਤ ਦੀ ਤਰੱਕੀ ਜਾਂ ਉੱਨਤੀ ਹੋਣੀ ਹੀ ਨਹੀਂ ਸੀ। ਕੀ ਨਹੀਂ ਹੋਣੀ ਸੀਗੀ? ਤਰੱਕੀ ਆਉਂਦੀ ਨਹੀਂ ਹੋਣੀ ਸੀ। ਹੋਣੀ ਨਹੀਂ ਸੀਗੀ, ਕਿਉਂਕਿ ਭਾਰਤ ਦੇ ਲੋਕ ਬਹੁਤ ਪਿੱਛੇ ਚੱਲ ਰਹੇ ਸੀਗੇ। ਕੀ ਚੱਲ ਰਹੇ ਸੀਗੇ? ਬਹੁਤ ਪਿੱਛੇ ਜਾ ਰਹੇ ਸੀ। ਹਾਂ, ਤੇ ਉਹਨਾਂ ਨੇ ਉਹੀ ਜਾਤਾਂ ਪਾਤਾਂ 'ਚ ਹੀ ਵੰਡੇ ਰਹਿਣਾ ਸੀਗਾ। ਔਰਤਾਂ ਨੂੰ